ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਚੁੰਗਲਮਾਟਾ ਇਕਾਂਗੀ ਦੀ ਸਾਹਿਤਕ ਆਲੋਚਨਾ ਕਰਨ ਜਾ ਰਹੇ ਹਾਂ। ਚੁੰਗਲਮਾਟਾ ਇਕਾਂਗੀ ਜੋ ਕਿ ਕਪੂਰ ਸਿੰਘ ਘੁੰਮਣ ਦੁਆਰਾ ਲਿਖਿਆ ਗਿਆ ਹੈ, ਜਿਨ੍ਹਾਂ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਅਸੀਂ ਕੱਲ੍ਹ ਦੀ ਵੀਡੀਓ ਦੇ ਵਿੱਚ ਚਰਚਾ ਕਰ ਚੁੱਕੇ ਹਾਂ। ਸੋ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ। ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਚੁੰਗਲਮਾਟਾ ਇਕਾਂਗੀ ਦੇ ਪਾਤਰਾਂ ਬਾਰੇ ਮੁੱਢਲੀ ਜਾਣਕਾਰੀ, ਕਿਉਂਕਿ ਇਸ ਇਕਾਂਗੀ ਦੇ ਵਿੱਚ ਕੁੱਲ 6 ਪਾਤਰ ਹਨ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਤਿਆਗੀ ਜੋ ਕਿ ਗਣਿਤ ਦੇ ਪ੍ਰੋਫੈਸਰ ਹਨ ਔਰ ਇਸ ਇਕਾਂਗੀ ਦੇ ਮੁੱਖ ਪਾਤਰ ਹਨ। ਸ਼ੰਭੂ ਇਹਨਾਂ ਦਾ ਨੌਕਰ ਹੈ। ਗਿਆਨ ਭਾਸ਼ਾ ਦੇ ਪ੍ਰੋਫੈਸਰ ਹਨ। ਮੰਜੁਲਾ ਤਿਆਗੀ ਦੀ ਧੀ ਹੈ ਔਰ ਮੋਹਿਨਾ ਮੰਜੁਲਾ ਦੀ ਸਹੇਲੀ ਹੈ, ਅਤੇ ਸੋਨੀਆ ਜੋ ਹੈ ਇਹ ਮੋਹਿਨਾ ਦੀ ਵੱਡੀ ਭੈਣ ਹੈ। ਸਮਾਂ ਇਸ ਇਕਾਂਗੀ ਦੀਆਂ ਘਟਨਾਵਾਂ ਦੇ ਵਾਪਰਨ ਦਾ ਸੂਰਜ ਅਸਤ ਹੋਣ ਦਾ ਸਮਾਂ ਹੈ, ਅਤੇ ਸਥਾਨ ਜਲੰਧਰ ਸ਼ਹਿਰ ਵਿਖੇ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਦਰਸਾਈਆਂ ਗਈਆਂ ਹਨ ਇਕਾਂਗੀਕਾਰ ਦੁਆਰਾ। ਇਸ ਤੋਂ ਬਾਅਦ ਆ ਜਾਂਦਾ ਹੈ ਇੱਕ ਚੁੰਗਲਮਾਟਾ ਇਕਾਂਗੀ ਦੀ ਸਮੀਖਿਆ। ਪਰ ਸਭ ਤੋਂ ਪਹਿਲਾਂ ਸਾਨੂੰ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਚੁੰਗਲਮਾਟਾ ਇਕਾਂਗੀ ਦਾ ਅਰਥ ਕੀ ਹੈ। ਚੁੰਗਲਮਾਟਾ ਸ਼ਬਦ ਦਾ ਅਰਥ ਕੀ ਹੈ, ਭਾਵ ਚੁੰਗਲਮਾਟਾ ਨਾਮ ਜੋ ਹੈ ਇਸ ਇਕਾਂਗੀ ਦਾ ਕਿਉਂ ਰੱਖਿਆ ਗਿਆ। ਕਿਉਂਕਿ ਚੁੰਗਲਮਾਟਾ ਇੱਕ ਅਜਿਹਾ ਪਰਦਾ ਹੈ ਜਿਹੜਾ ਮਨੁੱਖ ਆਪਣੇ ਆਲੇ ਦੁਆਲੇ ਤਾਣ ਕੇ ਆਪਣੇ ਆਪ ਨੂੰ ਖੁਦ ਤੱਕ ਜਾਂ ਸਵੈ ਤੱਕ ਸੀਮਿਤ ਕਰ ਲੈਂਦਾ ਹੈ ਔਰ ਆਪਣੇ ਆਲੇ ਦੁਆਲੇ ਨਾਲੋਂ ਚੌਗਿਰਦੇ ਨਾਲੋਂ ਟੁੱਟ ਜਾਂਦਾ ਹੈ। ਜਿਵੇਂ ਸਿਆਲਾਂ ਦੇ ਦਿਨਾਂ ਦੇ ਵਿੱਚ ਬਜ਼ੁਰਗ ਰਜਾਈ ਜਾਂ ਕੰਬਲ ਦਾ ਝੁੰਗਲਮਾਟਾ ਜਿਹਾ ਮਾਰ ਕੇ ਧੁੱਪੇ ਬੈਠ ਜਾਂਦੇ ਹਨ ਔਰ ਆਪਣੇ ਅਤੀਤ ਦੀਆਂ ਯਾਦਾਂ ਦੇ ਵਿੱਚ ਗੁੰਮ ਹੋ ਜਾਂਦੇ ਹਨ, ਗੁਆਚ ਜਾਂਦੇ ਹਨ ਔਰ ਵਰਤਮਾਨ ਨਾਲੋਂ ਪੂਰਾ ਟੁੱਟ ਜਾਂਦੇ ਹਨ। ਠੀਕ ਇਸੇ ਤਰ੍ਹਾਂ ਨਫ਼ਰਤ ਦਾ ਝੁੰਗਲਮਾਟਾ ਪ੍ਰੋਫੈਸਰ ਤਿਆਗੀ ਨੇ ਆਪਣੇ ਦੁਆਲੇ ਅਜਿਹਾ ਸਿਰਜਿਆ ਹੋਇਆ ਹੈ ਕਿ ਉਸ ਝੁੰਗਲਮਾਟੇ ਸਦਕਾ ਪ੍ਰੋਫੈਸਰ ਤਿਆਗੀ ਜੋ ਹੈ ਉਹ ਆਪਣੇ ਅਤੀਤ ਦੀਆਂ ਯਾਦਾਂ ਦੇ ਵਿੱਚ ਗੁਆਚਿਆ ਰਹਿੰਦਾ ਹੈ। ਉਸ ਅਤੀਤ ਦੀਆਂ ਜੋ ਬੜਾ ਹੀ ਦੁਖਦਾਈ ਹੈ, ਕਸ਼ਟਕਾਰੀ ਹੈ। ਉਸ ਦੇ ਲਈ ਕਿਉਂਕਿ ਇਕਾਂਗੀ ਦਾ ਵਿਸ਼ਾ ਹੀ ਲੇਖਕ ਨੇ ਇਸ ਤਰ੍ਹਾਂ ਪੈਦਾ ਕੀਤਾ ਹੈ ਕਿ ਪ੍ਰੋਫੈਸਰ ਤਿਆਗੀ ਦੀ ਪਤਨੀ, ਜਿਸ ਨੇ ਪ੍ਰੋਫੈਸਰ ਤਿਆਗੀ ਨੂੰ ਛੱਡ ਕੇ ਬਲਵੀਰ ਚੰਦ ਨਾਂ ਦੇ ਕਿਸੇ ਹੋਰ ਸ਼ਖਸ ਦੇ ਨਾਲ ਵਿਆਹ ਕਰਵਾ ਲਿਆ ਹੈ, ਜਿਸ ਸਦਕਾ ਪ੍ਰੋਫੈਸਰ ਤਿਆਗੀ ਦੇ ਮਨ ਦੇ ਵਿੱਚ ਆਪਣੀ ਪਤਨੀ ਦੇ ਪ੍ਰਤੀ ਤਾਂ ਨਫ਼ਰਤ ਹੋਣੀ ਹੀ ਹੈ, ਇਸ ਦੇ ਨਾਲ ਨਾਲ ਉਹ ਸਮੁੱਚੇ ਔਰਤ ਵਰਗ ਦੇ ਪ੍ਰਤੀ ਹੀ ਇੱਕ ਨਫ਼ਰਤ ਦੀ ਦੀਵਾਰ ਜੋ ਹੈ ਉਸਦੇ ਹਿਰਦੇ ਵਿੱਚ ਖੜੀ ਹੋ ਜਾਂਦੀ ਹੈ। ਇੱਥੋਂ ਤੱਕ ਕਿ ਉਹ ਆਪਣੀ ਮਾਂ ਨੂੰ ਵੀ ਨਫ਼ਰਤ ਕਰਦਾ ਹੈ। ਆਪਣੀ ਧੀ ਜੋ ਕਿ ਉਸ ਸਮੇਂ ਬਹੁਤ ਛੋਟੀ ਹੈ ਔਰ ਆਪਣੀ ਮਾਂ ਦੇ ਨਾਲ ਹੀ ਚਲੀ ਜਾਂਦੀ ਹੈ, ਉਸ ਨੂੰ ਵੀ ਉਹ ਬੇਹੱਦ ਨਿਰਮੋਹੀ ਸਮਝਦਾ ਹੈ। ਉਸ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਉਹ ਕਰਨ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਪ੍ਰੋਫੈਸਰ ਤਿਆਗੀ ਜੋ ਹੈ ਉਹ ਸਵੈ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹੈ ਔਰ ਆਪਣੇ ਸਮਾਜ ਦੇ ਨਾਲੋਂ ਹੀ ਨਹੀਂ, ਆਪਣੇ ਪਰਿਵਾਰ ਦੇ ਨਾਲੋਂ ਹੀ ਨਹੀਂ, ਸਗੋਂ ਉਸ ਵੇਲੇ ਦੇ ਸਮਾਜ ਨਾਲੋਂ ਵੀ ਟੁੱਟ ਜਾਂਦਾ ਹੈ ਅਤੇ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਰ ਦਰਾਡੇ ਦੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਹੈ। ਔਰ ਨੌਕਰੀ ਵੀ ਅਜਿਹੀ ਥਾਂ 'ਤੇ ਕਰਦਾ ਹੈ ਜਿੱਥੇ ਸਿਰਫ ਬੁਆਇਜ਼ ਕਾਲਜ ਹੈ ਔਰ ਬੁਆਇਜ਼ ਹੋਸਟਲ ਦੇ ਵਿੱਚ ਹੀ ਉਹ ਰਹਿ ਰਿਹਾ ਹੈ, ਤਾਂ ਜੋ ਕਿਸੇ ਔਰਤ ਦਾ ਪਰਛਾਵਾਂ ਤੱਕ ਉਸ 'ਤੇ ਨਾ ਪਵੇ। ਔਰ ਇਸ ਇਕਾਂਗੀ ਦੇ ਵਿੱਚ ਕਪੂਰ ਸਿੰਘ ਘੁੰਮਣ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਪ੍ਰੋਫੈਸਰ ਤਿਆਗੀ ਜਿਹੀ ਮਾਨਸਿਕਤਾ ਵਾਲੇ ਲੋਕ ਜਿਹੜੇ ਹਨ ਉਹ ਪਰਿਸਥਿਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰੱਖਦੇ, ਕਾਇਰ ਹੁੰਦੇ ਹਨ ਔਰ ਇੰਨੇ ਦੱਬੂ ਜਾਂ ਡਰਪੋਕ ਸੁਭਾਅ ਦੇ ਹੁੰਦੇ ਹਨ ਕਿ ਉਹ ਕਿਸੇ ਦਾ ਕੁਝ ਵਿਗਾੜ ਨਹੀਂ ਸਕਦੇ। ਜਿਵੇਂ ਕਿ ਬਲਵੀਰ ਚੰਦ ਦਾ ਪ੍ਰੋਫੈਸਰ ਤਿਆਗੀ ਕੁਝ ਵਿਗਾੜ ਨਹੀਂ ਸਕਿਆ, ਪਰ ਉਹ ਸਾਰੇ ਦੇ ਸਾਰੇ ਤਸੀਹੇ, ਯਾਤਨਾ, ਤਸ਼ੱਦਦ ਜਾਂ ਸੰਤਾਪ ਜੋ ਹੈ ਆਪਣੇ ਆਪ ਨੂੰ ਦੇ ਰਿਹਾ ਹੈ। ਇਸ ਤਰ੍ਹਾਂ ਆਪਣੇ ਆਪੇ ਨੂੰ ਦੁਖੀ ਕਰਕੇ ਉਹ ਖੁਦ ਵੀ ਦੁਖੀ ਹੁੰਦੇ ਹਨ ਅਤੇ ਆਪਣੇ ਆਲੇ ਦੁਆਲੇ ਦੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਦੁਖੀ ਰੱਖਦੇ ਹਨ। ਜਿਵੇਂ ਕਿ ਇਸ ਇਕਾਂਗੀ ਦੇ ਵਿੱਚ ਵੀ ਪ੍ਰੋਫੈਸਰ ਤਿਆਗੀ ਦੀ ਜੋ ਧੀ ਹੈ ਮੰਜੁਲਾ, ਜੇਕਰ ਉਸ ਦੇ ਪ੍ਰਤੀ ਪ੍ਰੋਫੈਸਰ ਤਿਆਗੀ ਨੇ ਵਕਤ ਸਿਰ ਜ਼ਿੰਮੇਦਾਰੀ ਨਿਭਾਈ ਹੁੰਦੀ ਤੇ ਉਸ ਨੂੰ ਹੁਣ ਇੰਨੇ ਵੱਡੇ ਹਾਦਸੇ ਦਾ ਸ਼ਿਕਾਰ ਨਾ ਹੋਣਾ ਪੈਂਦਾ। ਕਿਉਂਕਿ ਉਹੀ ਬਲਵੀਰ ਚੰਦ ਜੋ ਹੈ, ਜੋ ਪਹਿਲਾਂ ਤਾਂ ਪ੍ਰੋਫੈਸਰ ਤਿਆਗੀ ਦੀ ਬੀਵੀ
ਨੂੰ ਉਧਾਲ ਕੇ ਲੈ ਜਾਂਦਾ ਹੈ। ਅਤੇ ਅੱਜ ਜੋ ਹੈ ਉਸਨੇ ਪ੍ਰੋਫੈਸਰ ਤਿਆਗੀ ਦੀ ਧੀ ਮੰਜੁਲਾ, ਜੋ ਕਿ ਹੁਣ ਵੱਡੀ ਹੋ ਚੁੱਕੀ ਹੈ, ਉਸ ਦੇ ਨਾਲ ਜਬਰ ਜਨਾਹ ਦੀ ਹਰਕਤ ਕੀਤੀ ਹੈ, ਜਿਸ ਸਦਕਾ ਮੰਜੁਲਾ ਜੋ ਹੈ ਉਹ ਇੰਨੀ ਜ਼ਿਆਦਾ ਮਾਨਸਿਕ ਰੋਗੀ ਬਣ ਗਈ ਹੈ, ਇੱਕ ਤਰ੍ਹਾਂ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਕਿ ਉਹਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਪੇਪਰ ਹਨ ਉਸਦੇ, ਔਰ ਉਸਦਾ ਪੇਪਰ ਵੀ ਸਹੀ ਨਹੀਂ ਹੋ ਸਕਿਆ। ਆਖਰੀ ਇਮਤਿਹਾਨ, ਆਖਰੀ ਸਾਲ ਹੈ ਉਸਦਾ ਡਿਗਰੀ ਦਾ, ਪੇਪਰ ਸਹੀ ਨਾ ਹੋਣ ਕਰਕੇ ਅੱਗੋਂ ਉਹਦੇ ਕੈਰੀਅਰ 'ਤੇ ਵੀ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਔਰ ਪ੍ਰੋਫੈਸਰ ਤਿਆਗੀ ਦੀ ਧੀ ਮੰਜੁਲਾ ਜੋ ਹੈ ਇਸ ਸੰਤਾਪ ਦੇ ਵਿੱਚ ਹੀ ਆਪਣੇ ਸੁਤੇਲੇ ਪਿਤਾ ਬਲਵੀਰ ਚੰਦ ਦਾ ਕਤਲ ਕਰ ਦਿੰਦੀ ਹੈ। ਔਰ ਉਹ ਛੁਰਾ ਲੈ ਕੇ ਪ੍ਰੋਫੈਸਰ ਤਿਆਗੀ ਦੇ ਕੋਲ ਆ ਜਾਂਦੀ ਹੈ ਅਤੇ ਪ੍ਰੋਫੈਸਰ ਤਿਆਗੀ ਪਹਿਲਾਂ ਤਾਂ ਉਸ ਨੂੰ ਪਛਾਣਨ ਤੋਂ ਹੀ ਇਨਕਾਰੀ ਹੋ ਜਾਂਦਾ ਹੈ, ਉਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਰੱਖਣਾ ਚਾਹੁੰਦਾ, ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦਾ। ਪਰ ਜਦੋਂ ਲਹੂ ਦਾ ਲਿਬੜਿਆ ਛੁਰਾ ਉਸ ਨੂੰ ਦਿਖਾ ਕੇ ਦੱਸਦੀ ਹੈ ਕਿ ਉਸ ਸ਼ਖਸ ਜਿਸ ਨੇ ਮੇਰੇ ਪਿਤਾ ਦੇ ਜੀਵਨ ਨੂੰ ਬਰਬਾਦ ਕੀਤਾ ਸੀ, ਅੱਜ ਉਸ ਦੀ ਧੀ ਦਾ ਜੀਵਨ ਉਸਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਸਦਕਾ ਉਸਨੇ ਸਦਾ ਲਈ ਉਸ ਨੂੰ ਖਤਮ ਕਰ ਦਿੱਤਾ ਹੈ। ਅਤੇ ਇਹ ਅੱਤ ਦੀ ਘਟਨਾ, ਜੋ ਹਾਲਾਂਕਿ ਇਹ ਬਹੁਤ ਕਿਸੇ ਦੀ ਹੱਤਿਆ ਕਰ ਦੇਣੀ, ਕਤਲ ਕਰ ਦੇਣਾ ਕੋਈ ਚੰਗੀ ਗੱਲ ਨਹੀਂ ਹੈ, ਪਰ ਫਿਰ ਵੀ ਇਸ ਘਟਨਾ ਸਦਕਾ ਪ੍ਰੋਫੈਸਰ ਤਿਆਗੀ ਜੋ ਹੈ ਇੱਕ ਤਰ੍ਹਾਂ ਦੇ ਨਾਲ ਝੰਜੋੜਿਆ ਜਾਂਦਾ ਹੈ, ਹਲੂਣਿਆ ਜਾਂਦਾ ਹੈ। ਉਸਨੂੰ ਲੱਗਦਾ ਹੈ ਕਿ ਜੋ ਕੰਮ ਉਹ ਨਹੀਂ ਕਰ ਸਕਿਆ, ਜਿਸ ਸ਼ਖਸ ਤੋਂ ਉਹ ਬਦਲਾ ਨਹੀਂ ਲੈ ਸਕਿਆ, ਉਸ ਦੀ ਧੀ ਨੇ ਉਸ ਦਾ ਬਦਲਾ ਵੀ ਲੈ ਲਿਆ ਹੈ। ਅਤੇ ਇੱਕ ਤਰ੍ਹਾਂ ਦੇ ਨਾਲ ਉਹ ਉਸ ਅਚਾਨਕ ਵਾਪਰੇ ਹਾਦਸੇ ਸਦਕਾ ਜੋ ਹੈ ਉਹ ਆਪਣੇ ਮਨੋਰੋਗ ਤੋਂ ਜੋ ਹੈ ਮੁਕਤ ਹੋ ਜਾਂਦਾ ਹੈ, ਕਿਉਂਕਿ ਪਹਿਲਾ ਹਾਦਸਾ ਉਸ ਦੀ ਪਤਨੀ ਦੇ ਜਾਣ ਵਾਲਾ ਜੋ ਉਸ ਦੀ ਜ਼ਿੰਦਗੀ ਵਿੱਚ ਵਾਪਰਿਆ ਸੀ, ਜਿਸ ਨੇ ਉਸ ਨੂੰ ਮਨੋਰੋਗੀ ਬਣਾ ਦਿੱਤਾ ਸੀ। ਦੂਸਰਾ ਹਾਦਸਾ ਵਾਪਰਿਆ ਹੈ ਜਦੋਂ ਉਸ ਦੀ ਧੀ ਨੇ ਬਲਵੀਰ ਚੰਦ ਦਾ ਕਤਲ ਕਰ ਦਿੱਤਾ ਹੈ, ਤਾਂ ਉਹ ਉਸ ਇੱਕਦਮ ਸਦਮੇ ਜਾਂ ਇਹੋ ਜਿਹੀ ਅਚਾਨਕ ਜੋ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਸੁਣ ਕੇ ਉਹ ਅਜਿਹਾ ਝੰਜੋੜਿਆ ਜਾਂਦਾ ਹੈ ਕਿ ਉਹ ਆਪਣੇ ਵਰਤਮਾਨ ਦੇ ਵਿੱਚ ਵਾਪਸ ਪਰਤ ਆਉਂਦਾ ਹੈ, ਇੱਕਦਮ ਸੁਚੇਤ ਅਵਸਥਾ ਦੇ ਵਿੱਚ ਆ ਜਾਂਦਾ ਹੈ। ਅਤੇ ਹੁਣ ਉਸ ਨੂੰ ਇੱਕ ਚਿੰਤਾ ਹੋ ਜਾਂਦੀ ਹੈ ਕਿ ਉਸ ਦੀ ਧੀ ਜੋ ਹੈ, ਜੇਕਰ ਉਸਨੇ ਕਤਲ ਕਰ ਦਿੱਤਾ ਹੈ ਤਾਂ ਪੁਲਿਸ ਉਸ ਨੂੰ ਲੈ ਜਾਵੇਗੀ, ਉਸ ਨੂੰ ਜੇਲ੍ਹ ਦੇ ਵਿੱਚ ਬੰਦ ਹੋਣਾ ਪਏਗਾ। ਯਾਨੀ ਕਿ ਧੀ ਦੇ ਭਵਿੱਖ ਪ੍ਰਤੀ ਉਹ ਇੰਨਾ ਚਿੰਤਿਤ ਹੋ ਜਾਂਦਾ ਹੈ ਕਿ ਅਚਾਨਕ ਆਪਣੀ ਧੀ ਦੇ ਕੋਲੋਂ ਛੁਰਾ ਖੋਹ ਕੇ ਆਪਣੀ ਲੱਤ ਦੇ ਵਿੱਚ ਮਾਰ ਲੈਂਦਾ ਹੈ ਅਤੇ ਆਪਣੇ ਕੱਪੜੇ ਖੂਨ ਦੇ ਨਾਲ ਲਿਬੇੜ ਕੇ ਉਹ ਕਹਿੰਦਾ ਹੈ, ਆਪਣੇ ਨੌਕਰ ਸ਼ੰਭੂ ਨੂੰ ਕਹਿ ਰਿਹਾ ਹੈ ਕਿ ਮੇਰੀ ਧੀ ਨੂੰ ਇੱਥੋਂ ਦੂਰ ਲੈ ਜਾ। ਔਰ ਨਾਲ ਹੀ ਮੰਜੁਲਾ ਨੂੰ ਤਾਕੀਦ ਕਰਦਾ ਹੈ ਕਿ ਤੂੰ ਕਿਸੇ ਕੋਲ ਵੀ ਇਹ ਗੱਲ ਨਹੀਂ ਕਰੇਂਗੀ ਕਿ ਇਹ ਕਤਲ ਤੂੰ ਕੀਤਾ ਸੀ। ਮੰਜੁਲਾ ਦੁਆਰਾ ਕੀਤੇ ਗਏ ਉਸ ਕਤਲ ਨੂੰ ਉਹ ਖੁਦ ਸਵੀਕਾਰ ਕਰਦਾ ਹੈ ਪੁਲਿਸ ਦੇ ਸਾਹਮਣੇ ਅਤੇ ਜੇਲ੍ਹ ਜਾਣ ਦੇ ਲਈ ਤਿਆਰ ਹੋ ਜਾਂਦਾ ਹੈ। ਇਹ ਇਸ ਇਕਾਂਗੀ ਦੀ ਸਾਰੀ ਕਹਾਣੀ ਹੈ, ਘਟਨਾ ਜੋ ਵਾਪਰ ਰਹੀ ਹੈ। ਪਰ ਇਸ ਦੇ ਨਾਲ ਨਾਲ ਹੋਰ ਵੀ ਕਈ ਜੋ ਉਪ ਘਟਨਾਵਾਂ ਵੀ ਵਾਪਰੀਆਂ ਹਨ, ਕਿਉਂਕਿ ਵਿਸ਼ੇ ਦੇ ਨਾਲ ਨਾਲ ਉਪ ਵਿਸ਼ੇ ਵੀ ਹਨ। ਕਿਉਂਕਿ ਇਸ ਇਕਾਂਗੀ ਦੇ ਵਿੱਚ ਕਪੂਰ ਸਿੰਘ ਘੁੰਮਣ ਨੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਹੈ ਕਿ ਜੋ ਮਨੁੱਖ ਭਾਂਜਵਾਦੀ ਹੁੰਦਾ ਹੈ ਉਹ ਜ਼ਿੰਦਗੀ ਦੇ ਵਿੱਚ ਨਾ ਖੁਦ ਸੁਖੀ ਰਹਿੰਦਾ ਹੈ ਔਰ ਨਾ ਹੀ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਹੀ ਉਹ ਸੁਖੀ ਰੱਖ ਸਕਦਾ ਹੈ। ਇਸ ਤਰ੍ਹਾਂ ਇਸ ਇਕਾਂਗੀ ਦੇ ਪਲਾਟ ਦੇ ਵਿੱਚ ਲੇਖਕ ਨੇ, ਕਪੂਰ ਸਿੰਘ ਘੁੰਮਣ ਨੇ ਇਹਨਾਂ ਸਾਰੀ ਹੀ ਕਹਾਣੀ ਦੀਆਂ ਲੜੀਆਂ ਨੂੰ ਬੜੇ ਤਰਤੀਬਵਾਰ, ਸਿਲਸਿਲੇਵਾਰ ਫਿੱਟ ਕੀਤਾ ਹੈ, ਜਿਸ ਸਦਕਾ ਇਸ ਇਕਾਂਗੀ ਦਾ ਪਲਾਟ ਜੋ ਹੈ ਉਹ ਬਿਲਕੁਲ ਗੁੰਦਵਾਂ ਹੈ ਔਰ ਪਾਠਕਾਂ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਦਾ ਹੈ, ਪਾਠਕਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੇ ਨਾਲ ਜੋੜ ਕੇ ਰੱਖਦਾ ਹੈ, ਕਿਉਂਕਿ ਨਿਰੰਤਰ ਪਾਠਕ ਦੇ ਮਨ ਦੇ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ ਕਿ ਅਗਲੀ ਘਟਨਾ ਕਿਹੜੀ ਵਾਪਰੇਗੀ, ਕਿਉਂਕਿ ਪਾਠਕ ਵੀ ਬੜਾ ਹੈਰਾਨਕੁਨ ਸਥਿਤੀ ਦੇ ਵਿੱਚ ਜੋ ਹੈ ਸਾਰੀਆਂ ਘਟਨਾਵਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ। ਉਦੇਸ਼ ਵਜੋਂ ਇਸ ਇਕਾਂਗੀ ਨੂੰ ਜੋ ਹੈ ਅਸੀਂ ਕਈ ਪੱਖਾਂ ਤੋਂ ਜਾਂਚ ਸਕਦੇ ਹਾਂ। ਮੁੱਖ ਤਾਂ ਪ੍ਰੋਫੈਸਰ ਤਿਆਗੀ ਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਦਰਸਾ ਕੇ ਲੇਖਕ ਇਹ ਦੱਸਣਾ ਚਾਹ ਰਿਹਾ ਹੈ ਕਿ ਮਨੁੱਖ ਨੂੰ ਕਦੇ ਵੀ ਜ਼ਿੰਦਗੀ ਵਿੱਚ ਭਾਂਜਵਾਦੀ ਨਹੀਂ ਬਣਨਾ ਚਾਹੀਦਾ, ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਣਾ ਚਾਹੀਦਾ ਹੈ। ਖਾਸ ਕਰਕੇ ਨਾ ਖੁਸ਼ਗਵਾਰ ਪਰਿਸਥਿਤੀਆਂ ਦੇ ਵਿੱਚ ਵੀ ਮਨੁੱਖ ਨੂੰ ਆਸ਼ਾ ਦਾ ਜਾਂ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਔਰ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਸਹੀ ਸਮੇਂ 'ਤੇ ਸਹੀ ਫੈਸਲਾ ਵੀ ਲੈਣਾ ਆਉਣਾ ਚਾਹੀਦਾ ਹੈ, ਨਹੀਂ ਤਾਂ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ਵਾਲੀ ਸਥਿਤੀ ਹੋ ਜਾਂਦੀ ਹੈ। ਜੇਕਰ ਪ੍ਰੋਫੈਸਰ ਤਿਆਗੀ ਨੇ ਸ਼ੁਰੂ ਦੇ ਵਿੱਚ ਹੀ ਸਹੀ ਫੈਸਲਾ ਲਿਆ ਹੁੰਦਾ, ਬਲਵੀਰ ਚੰਦ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੁੰਦੀ, ਤਾਂ ਅੱਜ ਜੋ ਹੈ ਉਸ ਦੀ ਧੀ ਨੂੰ ਇੰਨਾ ਵੱਡਾ
ਜੋ ਕਦਮ ਨਾ ਚੁੱਕਣਾ ਪੈਂਦਾ ਔਰ ਇੰਨੇ ਵੱਡੇ ਸੰਤਾਪ ਦਾ ਭਾਗੀ ਨਾ ਬਣਨਾ ਪੈਂਦਾ। ਇਸ ਦੇ ਨਾਲ ਹੀ ਮਨੁੱਖ ਜੋ ਹੈ ਲੇਖਕ ਇਹ ਵੀ ਦਰਸਾਉਣਾ ਚਾਹ ਰਿਹਾ ਹੈ ਕਿ ਮਨੁੱਖ ਦੀ ਜੋ ਆਤਮਘਾਤ ਵਾਲੀ ਵਿਰਤੀ ਹੈ, ਪ੍ਰੋਫੈਸਰ ਤਿਆਗੀ ਜੋ ਹੈ ਬੇਸ਼ੱਕ ਉਸਨੇ ਕਿਸੇ ਦਾ ਵਿਨਾਹ ਨਹੀਂ ਕੀਤਾ, ਕਿਸੇ ਦਾ ਨੁਕਸਾਨ ਨਹੀਂ ਕੀਤਾ, ਪਰ ਉਸ ਦਾ ਨਜ਼ਰੀਆ ਖੁਦ ਦੇ ਪ੍ਰਤੀ ਆਤਮਘਾਤੀ ਹੈ। ਉਹ ਆਤਮਘਾਤ ਕਰ ਨਹੀਂ ਸਕਿਆ ਕਿਉਂਕਿ ਉਹ ਕਾਇਰ ਹੈ, ਡਰਪੋਕ ਹੈ, ਪਰ ਆਪਣੇ ਆਪ ਨੂੰ ਨਿਰੰਤਰ ਦੁੱਖ ਦੇ ਵਿੱਚ ਉਸਨੇ ਇਸ ਤਰ੍ਹਾਂ ਜੋ ਹੈ ਇੱਕ ਤਰ੍ਹਾਂ ਦੇ ਨਾਲ ਤਿਲ ਕਰਕੇ ਪੂਰੀ ਉਮਰ ਜ਼ਿੰਦਗੀ ਦੇ 16 ਸਾਲ ਉਸਨੇ ਗਵਾ ਦਿੱਤੇ ਹਨ। ਇਹ ਨਜ਼ਰੀਆ ਵੀ ਜੋ ਹੈ ਉਹ ਉਸਦਾ ਬਹੁਤ ਗਲਤ ਨਜ਼ਰੀਆ ਹੈ। ਅਜਿਹੇ ਨਜ਼ਰੀਏ ਤੋਂ ਮਨੁੱਖ ਨੂੰ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਲੇਖਕ ਇਹ ਵੀ ਦਰਸਾਉਣਾ ਚਾਹ ਰਿਹਾ ਹੈ ਕਿ ਜਿਸ ਤਰ੍ਹਾਂ ਮੰਜੂਲਾ ਦਾ ਪੇਪਰ ਖਰਾਬ ਹੋ ਗਿਆ ਹੈ ਕਿਉਂਕਿ ਉਸ ਨੂੰ ਦੌਰੇ ਪੈ ਰਹੇ ਸਨ, ਪਰ ਉਸਦੀ ਸਹੇਲੀ ਮੋਹਿਨਾ ਅਤੇ ਉਸਦੀ ਭੈਣ ਜੋ ਸੋਨੀਆ ਹੈ ਉਹ ਅੰਦਰ ਖਾਤੇ ਬੜੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਜੂਲਾ ਦੇ ਉਸ ਪੇਪਰ ਦੇ ਨੰਬਰ ਜੋ ਹੈ ਐਗਜ਼ਾਮੀਨਰ ਨੂੰ ਮਿਲ ਕੇ ਵਧਾਏ ਜਾ ਸਕਣ, ਜਿਸ ਤੋਂ ਲੇਖਕ ਨੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਹੈ ਕਿ ਕਿਸ ਤਰ੍ਹਾਂ ਕੁਝ ਵਿਦਿਆਰਥੀ ਅਤੇ ਨਾਲ ਦੀ ਨਾਲ ਕੁਝ ਅਧਿਆਪਕ ਵੀ ਉਹਨਾਂ ਦਾ ਸਾਥ ਦਿੰਦੇ ਹਨ ਅਤੇ ਇਸ ਤਰ੍ਹਾਂ ਸਾਡੇ ਜੋ ਵਿੱਦਿਅਕ ਢਾਂਚਾ ਜੋ ਹੈ ਉਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ ਔਰ ਗੈਰ ਵਾਜਿਬ ਦਖਲਅੰਦਾਜ਼ੀ। ਔਰ ਸਭ ਤੋਂ ਵੱਡੀ ਗੱਲ ਕਿ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਕਿਵੇਂ ਚੱਲਦਾ ਹੈ ਕਿ ਕਿਹੜੇ ਪੇਪਰ ਕਿਹੜੇ ਅਧਿਆਪਕ ਦੇ ਕੋਲ ਜਾਂ ਕਿਹੜੇ ਪ੍ਰੋਫੈਸਰ ਦੇ ਕੋਲ ਚੈੱਕ ਹੋਣ ਵਾਸਤੇ ਗਏ ਹਨ। ਤਾਂ ਇਹਦਾ ਮਤਲਬ ਇਹ ਵੀ ਸਾਡਾ ਪ੍ਰਬੰਧਕੀ ਢਾਂਚੇ ਦੀਆਂ ਜੋ ਕਹਿ ਸਕਦੇ ਹਾਂ ਊਣਤਾਈਆਂ ਹਨ ਜਾਂ ਖਾਮੀਆਂ ਹਨ, ਉਹਨਾਂ ਦੁਆਰਾ ਹੀ ਭ੍ਰਸ਼ਟਾਚਾਰ ਦੇ ਦੌਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੋ ਹੈ ਅੰਦਰ ਦੀ ਜੋ ਸੂਹ ਹੈ ਉਹ ਕੱਢ ਸਕਦਾ ਹੈ। ਇਹ ਅਜਿਹੀਆਂ ਹਰਕਤਾਂ ਤੋਂ ਵੀ ਗੁਰੇਜ਼ ਕਰਨ ਦਾ ਸੰਦੇਸ਼ ਦੇਣਾ ਹੈ ਲੇਖਕ ਦਾ। ਅਤੇ ਇਸ ਦੇ ਨਾਲ ਹੀ ਲੇਖਕ ਸਭ ਤੋਂ ਵੱਡਾ ਜੋ ਤੱਥ ਸਾਹਮਣੇ ਰੱਖਣਾ ਚਾਹੁੰਦਾ ਹੈ ਉਹ ਇਹ ਵੀ ਹੈ ਕਿ ਕਿਸੇ ਇੱਕ ਮਨੁੱਖ ਦੁਆਰਾ ਕੀਤੀ ਗਲਤੀ ਕਾਰਨ ਅਸੀਂ ਸਮੁੱਚੇ ਵਰਗ ਨੂੰ ਜੋ ਹੈ ਉਸ ਦਾ ਦੋਸ਼ੀ ਨਹੀਂ ਮਿਥ ਸਕਦੇ ਔਰ ਨਾ ਹੀ ਮਿਥਣਾ ਚਾਹੀਦਾ ਹੈ। ਜਿਵੇਂ ਕਿ ਜੇਕਰ ਪ੍ਰੋਫੈਸਰ ਤਿਆਗੀ ਦੀ ਪਤਨੀ ਨੇ ਉਸ ਦੇ ਨਾਲ ਧੋਖਾ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਮੁੱਚੀ ਔਰਤ ਜਾਤ ਹੀ ਧੋਖੇਬਾਜ਼ ਹੋਈ। ਇਸ ਤਰ੍ਹਾਂ ਦੀ ਮਾਨਸਿਕਤਾ ਤੋਂ ਵੀ ਮਨੁੱਖ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਵਾਰਤਾਲਾਪ ਜੋ ਹੈ ਇਸ ਇਕਾਂਗੀ ਦੇ ਜੋ 6 ਪਾਤਰ ਹਨ ਇਹਨਾਂ ਦੇ ਆਲੇ ਦੁਆਲੇ ਚੱਲ ਰਿਹਾ ਹੈ, ਪਰ 2 ਪਾਤਰ ਹੋਰ ਹਨ ਜਿਨ੍ਹਾਂ ਦੇ ਵਿੱਚੋਂ ਪ੍ਰੋਫੈਸਰ ਤਿਆਗੀ ਦੀ ਪਤਨੀ ਅਤੇ ਉਸ ਦਾ ਜੋ ਨਵਾਂ ਪਤੀ ਹੈ ਬਲਵੀਰ ਚੰਦ, ਇਹਨਾਂ 2 ਪਾਤਰਾਂ ਦੇ ਬਾਰੇ ਇਸ ਇਕਾਂਗੀ ਦੇ ਵਿੱਚ ਲਗਾਤਾਰ 6 ਪਾਤਰਾਂ ਦੁਆਰਾ ਚਰਚਾ ਕੀਤੀ ਜਾ ਰਹੀ ਹੈ, ਜਿਸ ਤੋਂ ਸਾਨੂੰ ਇਹਨਾਂ ਦੋਹਾਂ ਦਾ ਔਰ ਇਸ ਇਕਾਂਗੀ ਦੇ ਸਾਰੇ ਘਟਨਾਕ੍ਰਮ ਦਾ ਗਿਆਨ ਹੁੰਦਾ ਹੈ, ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਲੇਖਕ ਨੇ ਜੋ ਹੈ ਦੂਜੇ ਪਾਤਰਾਂ ਦੇ ਰਾਹੀਂ ਜੋ ਗੈਰ ਮੌਜੂਦ ਪਾਤਰ ਹਨ ਉਹਨਾਂ ਦੇ ਬਾਰੇ ਚਰਚਾ ਕਰਕੇ ਇਹਨਾਂ ਦੇ ਵਾਰਤਾਲਾਪ ਨੂੰ ਜੋ ਹੈ ਉਹ ਬੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੰਗਮੰਚ ਦੀ ਦ੍ਰਿਸ਼ਟੀ ਤੋਂ ਵੀ ਇਹ ਇਕਾਂਗੀ ਪੂਰੀ ਤਰ੍ਹਾਂ ਸਫਲ ਹੈ ਕਿਉਂਕਿ ਇਕਾਂਗੀ ਜੋ ਹੈ ਲਗਭਗ ਬॉयਜ਼ ਹੋਸਟਲ ਦਾ ਇੱਕ ਕਮਰਾ ਹੈ ਜਿੱਥੇ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਾਕੀਆਂ ਘਟਨਾਵਾਂ ਦਾ ਸਿਰਫ ਜ਼ਿਕਰ ਹੈ ਜੋ ਕਿ ਪਰਦੇ ਦੇ ਪਿੱਛੇ ਵਾਪਰਦੀਆਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਦਾ ਇਕਾਂਗੀ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ। ਹਾਂ, ਇਸ ਇਕਾਂਗੀ ਦੇ ਵਿਕਾਸ ਦੇ ਵਿੱਚ ਉਹਨਾਂ ਘਟਨਾਵਾਂ ਦਾ ਵਿਸ਼ੇਸ਼ ਯੋਗਦਾਨ ਹੈ, ਉਹਨਾਂ ਘਟਨਾਵਾਂ ਸਦਕਾ ਹੀ ਇਕਾਂਗੀ ਨਿਰੰਤਰ ਅੱਗੇ ਵਧ ਰਿਹਾ ਹੈ। ਰੰਗਮੰਚ ਦੀ ਦ੍ਰਿਸ਼ਟੀ ਤੋਂ ਵੀ ਇਸ ਇਕਾਂਗੀ ਨੂੰ ਸਫਲ ਇਕਾਂਗੀ ਕਹਿ ਸਕਦੇ ਹਾਂ ਕਿਉਂਕਿ ਸਾਰੀਆਂ ਘਟਨਾਵਾਂ ਜੋ ਹਨ ਇੱਕੋ ਸਮੇਂ ਤੇ ਇੱਕੋ ਸਥਾਨ 'ਤੇ ਵਾਪਰ ਰਹੀਆਂ ਹਨ। ਸੋ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਸਦਕਾ ਰੰਗਮੰਚ ਦੀ ਦ੍ਰਿਸ਼ਟੀ ਤੋਂ ਵੀ ਇਹ ਇਕਾਂਗੀ ਜੋ ਹੈ ਇਹ ਕਾਫੀ ਸਫਲ ਹੈ। ਪਾਤਰ ਉਸਾਰੀ, ਕਿਉਂਕਿ ਇਸ ਦੇ ਵਿੱਚ 6 ਪਾਤਰ ਹਨ ਜੋ ਸਿੱਧੇ ਤੌਰ 'ਤੇ ਮੰਚ ਦੇ ਉੱਤੇ ਪ੍ਰਵੇਸ਼ ਕਰਦੇ ਹਨ ਔਰ ਸਾਰੇ ਹੀ ਪਾਤਰਾਂ ਦਾ ਸੁਭਾਅ ਜੋ ਹੈ ਉਹ ਵੱਖਰਾ ਵੱਖਰਾ ਹੈ। ਅਸਲ ਦੇ ਵਿੱਚ ਇਸ ਦੇ ਵਿੱਚ ਪ੍ਰੋਫੈਸਰ ਤਿਆਗੀ ਅਤੇ ਉਹਨਾਂ ਦੀ ਧੀ ਜੋ ਮੰਜੂਲਾ ਹੈ ਇਹ ਦੋਵੇਂ ਇੱਕੋ ਹੀ ਵਰਗ ਦੇ, ਕਿਉਂਕਿ ਇਹ ਦੋਹਾਂ ਦਾ ਨਜ਼ਰੀਆ ਨਾ ਪੱਖੀ ਹੈ ਜ਼ਿੰਦਗੀ ਦੇ ਪ੍ਰਤੀ। ਦੂਜੇ ਪਾਸੇ ਜੋ ਮੋਹਿਨਾ ਹੈ ਅਤੇ ਉਸ ਦੀ ਭੈਣ ਸੋਨੀਆ ਹੈ, ਇਹਨਾਂ ਦੋਹਾਂ ਦਾ ਜੋ ਸੁਭਾਅ ਹੈ ਇੱਕੋ ਜਿਹਾ ਹੈ ਕਿਉਂਕਿ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਮੰਜੂਲਾ ਨੂੰ ਜੋ ਹੈ ਸੈੱਟ ਕੀਤਾ ਜਾ ਸਕੇ ਔਰ ਖ਼ਾਸ ਕਰਕੇ ਮੰਜੂਲਾ ਦੇ ਪਿਤਾ ਪ੍ਰੋਫੈਸਰ ਤਿਆਗੀ ਦੇ
ਮਨ ਦੇ ਵਿੱਚ ਮੰਜੁਲਾ ਦੇ ਪ੍ਰਤੀ ਜੋ ਕੁੜਿੱਤਨ ਭਰੀ ਹੋਈ ਹੈ ਉਸ ਨੂੰ ਦੂਰ ਕਰਕੇ ਪਿਓ ਧੀ ਦਾ ਮੇਲ ਕਰਵਾਇਆ ਜਾ ਸਕੇ। ਔਰ ਨੌਕਰ ਜੋ ਸ਼ੰਭੂ ਹੈ ਇਸ ਇਕਾਂਗੀ ਦੇ ਵਿੱਚ, ਕਿਉਂਕਿ ਉਹ ਵੀ ਆਪਣੇ ਜੋ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਆਪਣੀ ਪਤਨੀ ਤੋਂ ਜਾਂ ਆਪਣੇ ਪਰਿਵਾਰ ਤੋਂ ਸਤਾਇਆ ਹੋਇਆ ਮਨੁੱਖ ਹੈ, ਇਸੇ ਕਰਕੇ ਹੀ ਉਸਦੀ ਪ੍ਰੋਫੈਸਰ ਤਿਆਗੀ ਦੇ ਨਾਲ ਜ਼ਿਆਦਾ ਨਿਭੀ ਹੈ ਔਰ ਲੰਬਾ ਸਮਾਂ ਸ਼ੰਭੂ ਜੋ ਹੈ ਉਹ ਇਸੇ ਦੇ ਨਾਲ ਹੀ ਲਗਾਤਾਰ ਕੰਮ ਕਰਦਾ ਰਿਹਾ ਹੈ। ਇਸ ਤੋਂ ਬਾਅਦ ਵਾਤਾਵਰਣ ਆ ਜਾਂਦਾ ਹੈ। ਵਾਤਾਵਰਣ ਜੋ ਹੈ ਇਸ ਇਕਾਂਗੀ ਦਾ ਬਾਹਰੀ ਵਾਤਾਵਰਣ ਦੇ ਨਾਲ ਨਾਲ ਪਾਠਕਾਂ ਦਾ ਜੋ ਮਾਨਸਿਕ ਆਂਤਰਿਕ ਵਾਤਾਵਰਣ ਹੈ, ਮਾਨਸਿਕ ਮਨੋਸਥਿਤੀ ਜੋ ਹੈ ਉਸ ਨੂੰ ਵੀ ਪੇਸ਼ ਕਰਨ ਦੇ ਵਿੱਚ ਲੇਖਕ ਪੂਰੀ ਤਰ੍ਹਾਂ ਸਫਲ ਰਿਹਾ ਹੈ। ਭਾਸ਼ਾ ਸ਼ੈਲੀ ਦੀ ਦ੍ਰਿਸ਼ਟੀ ਤੋਂ ਵੀ ਇਸ ਇਕਾਂਗੀ ਦੇ ਵਿੱਚ ਸਰਲ ਅਤੇ ਸਪਸ਼ਟ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਔਰ ਪਾਠਕਾਂ ਦੇ ਜੋ ਪਾਤਰ ਹਨ, ਪਾਤਰਾਂ ਦੇ ਰੁਤਬੇ ਅਨੁਸਾਰ ਇਸ ਦੇ ਵਿੱਚ ਅੰਗਰੇਜ਼ੀ ਜਾਂ ਹਿੰਦੀ ਦੇ ਸ਼ਬਦ ਜੋ ਹਨ ਉਹ ਵੀ ਆਪ ਮੁਹਾਰੇ ਕੁਦਰਤੀ ਰੂਪ ਦੇ ਵਿੱਚ ਸ਼ਾਮਿਲ ਹੋਏ ਹਨ। ਸਿਰਲੇਖ ਪੱਖੋਂ, ਕਿਉਂਕਿ ਇਸ ਇਕਾਂਗੀ ਦੀ ਸਾਰੀ ਘਟਨਾ ਹੀ ਜੋ ਹੈ ਉਹ ਝੁੰਗਲ ਮਾਟੇ ਵਾਲੀ ਸਥਿਤੀ ਦੇ ਆਲੇ ਦੁਆਲੇ ਘੁੰਮਦੀ ਹੈ, ਸੋ ਝੁੰਗਲ ਮਾਟਾ ਇਕਾਂਗੀ ਦਾ ਸਿਰਲੇਖ ਜੋ ਹੈ ਉਹ ਪੂਰੀ ਤਰ੍ਹਾਂ ਇੱਕ ਫਬਵਾਂ ਅਤੇ ਢੁਕਵਾਂ ਸਿਰਲੇਖ ਹੈ, ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ ਔਰ ਇਕਾਂਗੀ ਦੀਆਂ ਸਾਰੀਆਂ ਘਟਨਾਵਾਂ ਇਸ ਝੁੰਗਲ ਮਾਟੇ ਵਾਲੀ ਸਥਿਤੀ ਜੋ ਇਕਾਂਗੀ ਦੇ ਮੁੱਖ ਨਾਇਕ ਤਿਆਗੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤੀ ਹੋਈ ਹੈ ਉਸ ਨੂੰ ਪੇਸ਼ ਕਰਨ ਦੇ ਦੁਆਲੇ ਘੁੰਮਦੀਆਂ ਹਨ। ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਝੁੰਗਲ ਮਾਟਾ ਇਕਾਂਗੀ ਕਪੂਰ ਸਿੰਘ ਘੁੰਮਣ ਦੀ ਇੱਕ ਬੇਹੱਦ ਉਮਦਾ ਰਚਨਾ ਹੈ, ਸਫਲ ਰਚਨਾ ਹੈ। ਉਮੀਦ ਹੈ ਕਿ ਵਿਦਿਆਰਥੀਆਂ ਨੂੰ ਝੁੰਗਲ ਮਾਟਾ ਇਕਾਂਗੀ ਦੇ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ। ਜੁੜੇ ਰਹਿਣਾ ਇਸ ਚੈਨਲ ਦੇ ਨਾਲ ਅਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸਹਿਯੋਗ ਸ਼ਾਮਿਲ ਹੋ ਸਕੇ। ਸੋ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ, ਧੰਨਵਾਦ।